तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ। ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ। ਦਇਆਲ ਪੁਰਖ ਬਖਸ਼ਿੰਦ, ਜੋ ਮੰਗਹਿ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾ ਊਹਾ ਸੱਚ ਹੋਵੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਸਿੱਖ ਚੈਨਲ ਦੇ ਮਾਧਿਅਮ ਰਾਹੀਂ ਆਪ ਸੰਗਤ ਦੇਸ਼ ਵਿਦੇਸ਼ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਗੁਰਮਤ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਿੱਖਾਂ ਦੇ ਮਨ ਦੇ ਅੰਦਰ ਜੋ ਭਾਵਨਾ ਬਣੀਆਂ ਔਰ ਜਗਤ ਜਲੰਦੇ ਦਾ ਉਧਾਰ ਕਰਨ ਦੇ ਵਾਸਤੇ ਸਤਿਗੁਰੂ ਮਹਾਰਾਜ ਪੂਰਬ ਦੀ ਯਾਤਰਾ ਮਹਾਰਾਜ ਨੇ ਪ੍ਰਾਰੰਭ ਕੀਤੀ। ਸਤਿਗੁਰੂ ਗੁਰਦੇਵ ਪਾਤਸ਼ਾਹ ਸੈਫ ਖਾਨ ਦੇ ਕੋਲ ਗਏ
ਲੇਹਲ ਨਗਰ ਦੇ ਵਿੱਚ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਚਰਨ ਪਾਏ ਤੇ ਜੋ ਉੱਥੇ ਰੋਗ ਜਿਹੜਾ ਸੀ ਲੋਕਾਂ ਦੇ ਵਿੱਚ ਵਿਆਪਕ ਸੀ, ਸਤਿਗੁਰੂ ਮਹਾਰਾਜ ਜੀ ਨੇ ਉਸ ਰੋਗ ਦੀ ਨਿਵਰਤੀ ਕਰਨਾ ਕੀਤੀ। ਗੁਰਦੇਵ ਪਾਤਸ਼ਾਹ ਜੀ ਰਵਾਇਤਾਂ ਦੇ ਅਨੁਸਾਰ ਜਿਹੜਾ ਹੈ, ਕਿਉਂਕਿ ਰਵਾਇਤਾਂ ਇਤਿਹਾਸ ਕਈ ਵਾਰੀ ਮੁਨਕਰ ਹੋ ਜਾਂਦਾ ਹੈ ਉਹਨਾਂ ਚੀਜ਼ਾਂ ਤੋਂ, ਪਰ ਰਵਾਇਤਾਂ ਆਖਦੀਆਂ ਨੇ ਕਿ ਸਤਿਗੁਰੂ ਮਹਾਰਾਜ ਆਲੋਹ ਰੱਖ ਵਿਖੇ ਵੀ ਗਏ। ਪ੍ਰਿੰਸੀਪਲ ਸਤਬੀਰ ਸਿੰਘ ਹੋਣਾ ਨੇ ਬਕਾਇਦਾ ਇਸ ਗੱਲ ਦਾ ਹਵਾਲਾ ਦਿੱਤਾ। ਔਰ ਇਹ ਆਲੋਹ ਰੱਖ ਜਿਹੜਾ ਹੈ ਉਹ ਨਗਰ ਸੀ ਜਿਸ ਨਗਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਸੀ ਉਹ ਅਸੀਂ ਸਾਰੇ ਇਤਿਹਾਸ ਤੋਂ ਜਾਣੂ ਆ ਕਿ ਟੋਡਰ ਮੱਲ ਨੇ ਕੀਤਾ। ਤੇ ਇਤਿਹਾਸ ਦੀ ਇਹ ਰਵਾਇਤ ਬਣੀ ਹੋਈ ਹੈ ਕਿ ਟੋਡਰ ਮੱਲ ਜਿਹੜਾ ਸੀ ਉਹ ਸਤਿਕਾਰਯੋਗ ਮਾਤਾ ਜੀ ਤੇ ਦੋਨੋਂ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਅਸਥੀਆਂ ਸਨ, ਜਦੋਂ ਉਹਨਾਂ ਦਾ ਅੰਗੀਠਾ ਜਿਹੜਾ ਸੀ ਉਹਨੂੰ ਸਮੇਟਿਆ ਗਿਆ ਤੇ ਉਹਨਾਂ ਅਸਥੀਆਂ ਨੂੰ ਜਿਹੜਾ ਸੀ ਆਲੋਹ ਰੱਖ ਦੇ ਵਿੱਚ ਲੈ ਕੇ ਆਇਆ ਔਰ ਇਸ ਜਗ੍ਹਾ ਦੇ ਉੱਤੇ ਉਹਨਾਂ ਨੇ ਉਸ ਅਰਥੀਆਂ ਵਾਲੇ ਕਲਸ਼ ਨੂੰ ਦਫਨਾਉਣਾ ਕੀਤਾ, ਉਹਨੂੰ ਧਰਤੀ ਜ਼ਮੀਨ ਦੋਜ਼ ਕਰ ਦਿੱਤਾ। ਇਹ ਰਵਾਇਤ ਮੰਨੀ ਜਾਂਦੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਲਹਿਲ ਤੋਂ ਆਲੋਹ ਰੱਖ ਤੇ ਅਲੋਹ ਰੱਖ ਤੋਂ ਬਾਅਦ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਇਹ ਸਮਾਨਾਂ ਦੀ ਧਰਤੀ ਤੇ ਜਾਂਦੇ ਨੇ। ਯਾਦ ਰੱਖਿਓ ਸਾਧ ਸੰਗਤ, ਸਮਾਣਾ ਇਹਦਾ ਪੁਰਾਤਨ ਨਾਂ ਹੈ ਨਿਰੰਜਨ ਖੇੜਾ। ਈਰਾਨ ਦੇ ਲੋਕ ਜਿਨ੍ਹਾਂ ਦਾ ਇੱਕ ਘਰਾਨਾ ਸੀ ਸਮਾਨਵੀ ਘਰਾਨਾ, ਇਹ ਸਮਾਨਵੀ ਘਰਾਨਾ ਜਦੋਂ ਇਸ ਪੰਜਾਬ ਦੀ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਆਇਆ ਤੇ ਇਹਨਾਂ ਨੇ ਇਸ ਨਗਰ ਦੇ ਵਿੱਚ ਜਿੰਦਾ ਨਾਂ ਨਿਰੰਜਨ ਖੇੜਾ ਸੀ ਇੱਥੇ ਆ ਕੇ ਪੱਕਾ ਟਿਕਾਣਾ ਕਰ ਲਿਆ, ਭਾਵ ਕਿ ਨਗਰ ਦੀ ਪਸੰਦ ਆ ਗਿਆ। ਔਰ ਇਸ ਨਗਰ ਦੇ ਵਿੱਚ ਟਿਕਾਣਾ ਕਰਨ ਤੋਂ ਬਾਅਦ ਵਿੱਚ ਇਸ ਦਾ ਜਿਹੜਾ ਪੁਰਾਤਨ ਨਾਮ ਨਿਰੰਜਨ ਖੇੜਾ ਹੈ ਉਹ ਬਦਲ ਕੇ ਤੇ ਸਮਾਣਾ ਹੋ ਗਿਆ, ਕਿਉਂਕਿ ਸਮਾਨਵੀ ਘਰਾਨਾ ਇੱਥੇ ਰਹਿੰਦਾ ਸੀ। ਦੂਸਰਾ, ਇਹ ਨਗਰ ਜਿਹੜਾ ਹੈ ਇਹਨਾਂ ਹਮੇਸ਼ਾ ਹੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਤੇ ਭਾਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੈ, ਭਾਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੈ ਤੇ ਭਾਵੇਂ ਛੋਟੇ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸ਼ਹਾਦਤ, ਜਿਨ੍ਹਾਂ ਜਲਾਦਾਂ ਨੇ ਉਸ ਵੇਲੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਜਾਂ ਜਿਨ੍ਹਾਂ ਦੇ ਰਾਹੀਂ ਸਤਿਗੁਰੂ ਮਹਾਰਾਜ ਸ਼ਹੀਦ ਕੀਤੇ ਗਏ, ਉਹ ਸਾਰੇ ਦੇ ਸਾਰੇ ਜਲਾਦ ਜਿਹੜੇ ਹਨ ਉਹ ਇਸ ਸਮਾਣਾ ਦੇ ਰਹਿਣ ਵਾਲੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਜਿਨ੍ਹਾਂ ਨੇ ਰੇਤਾ ਪਾਇਆ, ਇਤਿਹਾਸਕਾਰ ਲਿਖਦੇ ਨੇ ਨੂਰ ਉਦ ਦੀਨ ਉਹਦਾ ਨਾਮ ਸੀ ਤੇ ਉਹ ਸਮਾਣੇ ਦਾ ਰਹਿਣ ਵਾਲਾ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੂੰ ਦਿੱਲੀ ਚਾਂਦਨੀ ਚੌਂਕ ਵਿੱਚ ਜਦੋਂ ਸ਼ਹੀਦ ਕੀਤਾ ਗਿਆ, ਸਤਿਗੁਰੂ ਮਹਾਰਾਜ ਜੀ ਦੇ ਸੀਸ ਦੇ ਉੱਪਰ ਤਲਵਾਰ ਚਲਾਈ ਗਈ, ਉਹ ਵੀ ਸਮਾਣੇ ਦਾ ਰਹਿਣ ਵਾਲਾ ਜਲਾਦ ਹੈ ਜਿੰਦਾ ਨਾਂ ਸੀ ਜਲਾਲੂਦੀਨ। ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਿਣਨ ਦਾ ਫਤਵਾ ਜਾਰੀ ਕੀਤਾ ਗਿਆ ਤੇ ਫਤਵਾ ਜਾਰੀ ਕਰਨ ਤੋਂ ਬਾਅਦ ਇਹਨਾਂ ਸਾਹਿਬਜ਼ਾਦਿਆਂ ਨੂੰ ਜ਼ਿਬਾ ਕਰਨ ਦਾ ਹੁਕਮ ਹੋਇਆ ਤੇ ਦੋ ਜਲਾਦ ਜਿਹੜੇ ਸਨ ਪੇਸ਼ੀ ਭੁਗਤਣ ਵਾਸਤੇ ਆਏ, ਜਿਨ੍ਹਾਂ ਦਾ ਨਾਂ ਸ਼ਾਸਲ ਬੇਗ ਤੇ ਬਾਸ਼ਲ ਬੇਗ ਹੈ। ਇਹ ਦੋਨੋਂ ਜਲਾਦ ਵੀ ਜਿਹੜੇ ਸੀ ਉਹ ਸਮਾਣੇ ਦੇ ਰਹਿਣ ਵਾਲੇ ਨੇ। ਸਮਾਣੇ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਵੀ ਉਸ ਨਗਰ ਤੋਂ ਬਾਹਰ ਚਰਨ ਪਾਏ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਮਾਣੇ ਦੇ ਕੋਲ ਗਏ, ਪਰ ਮਹਾਰਾਜ ਸਮਾਣੇ ਨਗਰ ਦੇ ਅੰਦਰ ਨਹੀਂ, ਮਹਾਰਾਜ ਨੇ ਬਾਹਰ ਵੱਲ ਟਿਕਾਣਾ ਕੀਤਾ। ਜਿਹੜੀ ਸਮਾਣੇ ਦੀ ਹੱਦਬੰਦੀ ਹੈ ਉਹਦੇ ਤੋਂ ਬਾਹਰ ਮਹਾਰਾਜ ਟਿਕੇ। ਅੱਜ ਉੱਥੇ ਗੁਰਦੁਆਰਾ ਥੜਾ ਸਾਹਿਬ ਜਿਹੜਾ ਹੈ ਉਹ ਸੁਭਾਏਮਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਆਏ, ਇੱਥੋਂ ਫਿਰ ਫੱਗੂਵਾਲ ਜਾਂਦੇ ਨੇ, ਭਵਾਨੀਗੜ੍ਹ ਸਤਿਗੁਰੂ ਮਹਾਰਾਜ ਗਏ, ਢੱਡੇ ਤੇ ਘਰਾਂਚੋਂ ਜਾਂਦੇ ਨੇ। ਇਹ ਜਿਹੜਾ ਢੱਡੇ ਤੇ ਘਰਾਂਚੋ ਨਗਰ ਹੈ ਇਹ ਸੁਲਤਾਨੀਆਂ ਦੇ ਨਗਰ ਸਨ।
ਸੁਲਤਾਨੀਏ ਉਹ ਸਨ ਜਿਨ੍ਹਾਂ ਨੂੰ ਕਹਿੰਦੇ ਸੀ ਸਖੀ ਸਰਵੜ। ਇਤਿਹਾਸ ਤੇ ਜੇਕਰ ਪੁਰਾਣੇ ਪਾਸੇ ਝਾਤ ਮਾਰੀ ਜਾਏ ਤੇ ਇਹ ਸਖੀ ਸਰਵੜੀਆਂ ਦਾ ਹੀ ਇੱਕ ਧੜਾ ਸੀ ਜਿਨ੍ਹਾਂ ਨੂੰ ਨਕਸ਼ਬੰਦੀ ਆਖਦੇ ਸੀ। ਇਹਨਾਂ ਨਕਸ਼ਬੰਦੀਆਂ ਦੇ ਵਿੱਚੋਂ ਹੀ ਜਿਹੜਾ ਸ਼ੇਖ ਅਹਿਮਦ ਸਰਹੰਦੀ ਹੈ, ਜਿਹੜਾ ਉਸ ਵੇਲੇ ਦਾ ਆਪਣੇ ਆਪ ਨੂੰ ਇਸਲਾਮ ਦਾ ਆਗੂ ਬਣਾਉਣਾ ਚਾਹੁੰਦਾ ਸੀ, ਜਿਹੜਾ ਕਹਿੰਦਾ ਸੀ ਕਿ ਮੈਂ 1000 ਸਾਲ ਬਾਅਦ ਪੈਦਾ ਹੋਇਆ, ਰਹਿਬਰ ਹਾਂ ਕੌਮ ਦਾ, ਇਹ ਸ਼ੇਖ ਅਹਿਮਦ ਸਰਹੰਦੀ ਜਿਹੜਾ ਹੈ ਇਹਨੇ ਲਾਹੌਰ ਦਰਬਾਰ ਦੇ ਅੰਦਰ ਜਹਾਂਗੀਰ ਤੱਕ ਸਤਿਗੁਰੂ ਮਹਾਰਾਜ ਜੀ ਦੀਆਂ ਸ਼ਿਕਾਇਤਾਂ ਕੀਤੀਆਂ। ਇੱਥੋਂ ਤੱਕ ਕਿਹਾ ਗਿਆ, ਕਿਉਂਕਿ ਇਤਿਹਾਸ ਕਹਿੰਦਾ ਹੈ ਕਿ ਤਰਨ ਤਾਰਨ ਦੇ ਨੇੜੇ ਇੱਕ ਫੱਤਾ ਜਿਹੜਾ ਨਕਸ਼ਬੰਦੀਆਂ ਦੇ ਵਿੱਚੋਂ ਸਖੀ ਸਰਵੜ ਸੀ, ਉਹਨੇ ਸਤਿਗੁਰੂ ਮਹਾਰਾਜ ਜੀ ਦੇ ਖਿਲਾਫ ਜਿਹੜਾ ਸੀ ਉਹਨਾਂ ਨੇ ਸ਼ਿਕਾਇਤ ਲਿਖੀ। ਉਹਨੇ ਚਿੱਠੀ ਜਿਹੜਾ ਸੀ ਸ਼ੇਖ ਅਹਿਮਦ ਸਰਹੰਦੀ ਨੂੰ ਲਿਖਦਾ ਹੈ। ਸ਼ੇਖ ਅਹਿਮਦ ਸਰਹੰਦੀ ਜਿਹੜਾ ਹੈ ਉਹ ਚਿੱਠੀ ਲਿਖਦਾ ਹੈ ਸ਼ੇਖ ਫਰੀਦ ਬੁਖਾਰੀ, ਜਿਹੜਾ ਜਹਾਂਗੀਰ ਦੇ ਦਰਬਾਰ ਦੇ ਵਿੱਚ ਉੱਥੋਂ ਦਾ ਮੰਤਰੀ ਹੈ। ਤੇ ਪਹਿਲੀ ਚਿੱਠੀ ਦੇ ਵਿੱਚ ਸ਼ੇਖ ਅਹਿਮਦ ਸਰਹੰਦੀ ਨੇ ਇਹ ਗੱਲ ਲਿਖੀ ਸੀ ਕਿ ਮੈਨੂੰ ਸੁਪਨਾ ਆਇਆ ਹੈ ਤੇ ਸੁਪਨੇ ਦੇ ਵਿੱਚ ਮੈਂ ਦੇਖਿਆ ਕਿ ਤਰਨ ਤਾਰਨ ਦੇ ਇਲਾਕੇ ਦੇ ਪਾਸ ਇੱਕ ਭੋਲੇ ਮੂਰਖ ਹਿੰਦੂਆਂ ਨੂੰ ਤੇ ਭੋਲੇ ਭਾਲੇ ਮੁਸਲਮਾਨਾਂ ਨੂੰ ਪ੍ਰੇਰ ਕੇ ਤੇ ਆਪਣੀ ਉਮਤ ਵਿੱਚ ਸ਼ਾਮਲ ਕਰਦਾ ਹੈ। ਤੁਜ਼ਕੇ ਜਹਾਂਗੀਰੀ ਦੇ ਵਿੱਚ ਵੀ ਜਹਾਂਗੀਰੀ ਨੇ ਇਹ ਗੱਲ ਵੀ ਮੰਨੀ। ਉਹ ਕਹਿੰਦਾ ਹੈ ਕਿ ਮੈਂ ਚਾਹੁੰਦਾ ਸੀ ਕਿ 3-4 ਪੀੜ੍ਹੀਆਂ ਤੋਂ ਇਹ ਝੂਠ ਦੀ ਜਿਹੜੀ ਦੁਕਾਨ ਚੱਲਦੀ ਪਈ ਹੈ, ਇਹ ਦੁਕਾਨ ਹਮੇਸ਼ਾ ਦੇ ਵਾਸਤੇ ਬੰਦ ਕਰ ਦੇਣੀ ਚਾਹੀਦੀ ਹੈ। ਤੇ ਸ਼ੇਖ ਅਹਿਮਦ ਸਰਹੰਦੀ ਨੇ ਦੂਜੀ ਚਿੱਠੀ ਸਤਿਗੁਰੂ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਵਿੱਚ ਲਿਖੀ। ਉਹਦੇ ਵਿੱਚ ਉਹਨੇ ਜ਼ਿਕਰ ਕੀਤਾ, ਕਹਿੰਦਾ ਰਾਤ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਮੈਂ ਇਹ ਦੇਖਿਆ ਕਿ ਇੱਕ ਕਾਫਰ ਦਾ ਸਿਰ ਜਿਹੜਾ ਹੈ ਉਹ ਕਲਮ ਕਰ ਦਿੱਤਾ, ਉਹਨੂੰ ਮਾਰ ਦਿੱਤਾ ਗਿਆ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਬਾਰੇ ਕਹਿੰਦਾ ਹੈ। ਔਰ ਇਹਨਾਂ ਚਿੱਠੀਆਂ ਨੂੰ ਕੋਟ ਵੀ ਡਾਕਟਰ ਗੰਡਾ ਸਿੰਘ ਦੀ ਕਿਤਾਬ ਹੈ ਸਿੱਖ ਇਤਿਹਾਸ, ਉਹਦੇ ਵਿੱਚ ਉਹਨਾਂ ਨੇ ਮਕਤੂਬਾਤੇ ਇਮਾਮ ਰਵਾਨੀ ਦੇ ਨਾਮ ਦੇ ਹੇਠ ਸਿਰਲੇਖ ਦਿੱਤਾ ਤੇ ਉਸ ਨਾਮ ਦੇ ਥੱਲੇ ਇਹ ਚਿੱਠੀਆਂ ਉਹਨਾਂ ਨੇ ਦਰਜ ਕੀਤੀਆਂ ਡਾਕਟਰ ਗੰਡਾ ਸਿੰਘ ਹੋਣਾ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਹੀ ਇਹ ਸੁਲਤਾਨੀਆਂ ਦਾ ਇਹਨਾਂ ਨਕਸ਼ਬੰਦੀਆਂ ਨੇ ਆਪੋ ਆਪਣੇ ਜਿਹੜੇ ਡੇਰੇ ਕਾਇਮ ਕੀਤੇ ਸੀ, ਕੇਂਦਰ ਕਾਇਮ ਕੀਤੇ ਸੀ। ਇਹ ਕਰਦੇ ਕੀ ਸੀ ਕਿ ਲੋਕਾਂ ਨੂੰ ਪ੍ਰੇਰ ਕਰਕੇ, ਲੋਕਾਂ ਨੂੰ ਕਰਾਮਾਤਾਂ ਜੀਆਂ ਦੇ ਨਾਲ ਜੋੜ ਕੇ ਇਹੋ ਜਿਹੀਆਂ ਕਹਾਣੀਆਂ ਸੁਣਾਉਣੀਆਂ ਤੇ ਉਹਨਾਂ ਕਰਾਮਾਤਾਂ ਦੇ ਰਾਹੀਂ ਉਹਨਾਂ ਨੇ ਜੋੜਨਾ ਤੇ ਕਹਿਣਾ ਕਿ ਇਹ ਸਾਰਾ ਕੁਝ ਜਿਹੜਾ ਇਸਲਾਮ ਧਰਮ ਦੇ ਵਿੱਚ ਕਰਾਮਾਤਾਂ ਦੇ ਨਾਲ ਕੀਤਾ ਜਾ ਸਕਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਗਏ। ਘਰਾਂਚੋਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਾਂਦੇ ਨੇ ਤੇ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਇੱਥੇ ਕੀਰਤਨ ਕਰਨਾ ਚਾਹੁੰਦੇ ਹਾਂ ਤੇ ਇਹ ਸੁਲਤਾਨੀਏ ਸਾਨੂੰ ਕੀਰਤਨ ਨਹੀਂ ਕਰਨ ਦਿੰਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਆਪ ਇਸ ਜਗ੍ਹਾ ਦੇ ਉੱਤੇ ਘਰਾਂਚੋਂ ਦੇ ਅੰਦਰ ਮਹਾਰਾਜ ਜੀ ਨੇ ਆਪ ਕੀਰਤਨ ਕੀਤਾ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਕੀਰਤਨ ਕੀਤਾ ਤੇ ਅੱਜ ਉੱਥੇ ਅਸਥਾਨ ਕਾਇਮ ਹੋ ਗਿਆ। ਸਤਿਗੁਰੂ ਮਹਾਰਾਜ ਫਿਰ ਇਸ ਤੋਂ ਅੱਗੇ ਜਾਂਦੇ ਨੇ ਕਾਂਜਲੇ। ਕਾਂਜਲੇ ਸਤਿਗੁਰੂ ਮਹਾਰਾਜ ਗਏ ਤੇ ਕਾਂਜਲੇ ਦੇ ਜਿਹੜੇ ਲੋਕ ਸਨ ਨਾ ਉਹ ਕੋਹੜ ਦੀ ਬਿਮਾਰੀ ਦੇ ਨਾਲ ਪੀੜਤ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਇੱਕ ਰਾਤ ਟਿਕੇ। ਸੰਗਤ ਨੇ ਆ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮਹਾਰਾਜ ਇੱਥੇ ਕੋਹੜ ਦਾ ਰੋਗ ਬਹੁਤ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਉੱਥੇ ਫਿਰ ਕਿਰਪਾ ਕੀਤੀ। ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਸ਼ਬਦ ਉਚਾਰਨ ਕਰਕੇ ਆਖਿਆ ਕਿ ਜਦੋਂ ਅਸੀਂ ਰੱਬ ਨੂੰ ਭੁੱਲਦੇ ਹਾਂ ਤੇ ਤਾਂ ਰੋਗ ਪੈਦਾ ਹੁੰਦੇ ਨੇ। ਜਿੱਦਣ ਸਾਡੇ ਅੰਦਰ ਉੱਚੀ ਜਾਤ ਦਾ ਹੰਕਾਰ ਪੈਦਾ ਹੋਏਗਾ, ਦੂਸਰੇ ਨੂੰ ਅਸੀਂ ਨੀਵਾਂ ਕਰਕੇ ਜਾਣਾਂਗੇ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਉਦਣ ਜਿਹੜਾ ਹੈ ਇਹ ਹੰਕਾਰ ਸਾਡੇ ਅੰਦਰ ਪੈਦਾ ਹੋ ਕੇ ਰੋਗ ਪੈਦਾ ਕਰੇਗਾ। ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਕੱਤਕ ਮਹੀਨੇ ਦਾ ਫਰਮਾਨ ਪੜ੍ਹਦੇ ਹਾਂ, ਕੱਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਸਤਿਗੁਰੂ ਮਹਾਰਾਜ ਜੀ ਨੇ ਫਿਰ ਉੱਥੇ ਉਪਦੇਸ਼ ਦਿੱਤਾ। ਇਹ ਨਗਰ ਦੇ ਵਿੱਚ ਕੋਹੜ ਦਾ ਰੋਗ ਤਕਰੀਬਨ ਕਹਿੰਦੇ ਸਾਰੇ ਪਿੰਡ ਨੂੰ ਹੋਇਆ ਸੀ, ਕੋਈ ਵੀ ਇਸ ਰੋਗ ਤੋਂ ਬਚਿਆ ਨਹੀਂ ਸੀ। ਕਾਂਜਲੇ 'ਚ ਹਰ ਇੱਕ ਨੂੰ ਇਹ ਰੋਗ ਸੀ। ਪਰ ਜਿਸ ਦਿਨ ਦੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਏ, ਉਸ ਦਿਨ ਤੋਂ ਬਾਅਦ ਵਿੱਚ ਉੱਥੇ ਕੋਹੜ ਦਾ ਕੋਈ ਰੋਗੀ ਨਾ ਰਿਹਾ, ਸਾਰਿਆਂ ਨੂੰ ਤੰਦਰੁਸਤੀ ਮਿਲੀ। ਸਤਿਗੁਰੂ ਮਹਾਰਾਜ ਇੱਥੋਂ ਮੂਲੋਵਾਲ ਜਾਂਦੇ ਨੇ। ਮੂਲੋਵਾਲ ਸਤਿਗੁਰੂ ਮਹਾਰਾਜ ਗਏ
ਭਾਈ ਗੋਂਦਾ ਸਤਿਗੁਰ ਮਹਾਰਾਜ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ। ਭਾਈ ਗੋਂਦੇ ਨੇ ਸਤਿਗੁਰ ਮਹਾਰਾਜ ਵਾਸਤੇ ਜਲ ਪਾਣੀ ਦਾ ਪ੍ਰਬੰਧ ਕੀਤਾ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਭਾਈ ਗੋਂਦੇ ਨੂੰ ਆਖਦੇ ਨੇ, ਕਿਉਂਕਿ ਖੂਹ ਬਹੁਤ ਸੀ ਉੱਥੇ ਲਾਗੇ ਛਾਗੇ, ਪਰ ਖੂਹਾਂ ਦਾ ਜਿਹੜਾ ਜਲ ਸੀ ਨਾ ਉਹ ਬਿਲਕੁਲ ਖਾਰਾ ਸੀ, ਪੀਣ ਦੇ ਯੋਗ ਨਹੀਂ ਸੀ। ਧੰਨ ਗੁਰੂ ਤੇਗ ਬਹਾਦਰ ਗੁਰਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਗੋਂਦੇ ਨੂੰ ਕਿਹਾ ਕਿ ਅਸੀਂ ਜਲ ਛਕਣਾ ਹੈ ਤੇ ਸਾਹਮਣੇ ਜਿਹੜਾ ਖੂਹ ਹੈ ਉੱਥੋਂ ਜਲ ਭਰ ਕੇ ਲੈ ਕੇ ਆਓ। ਭਾਈ ਗੋਂਦੇ ਨੇ ਆਖਿਆ, ਸਤਿਗੁਰ ਮਹਾਰਾਜ ਇੱਥੇ ਸਾਡੇ ਪੀਣ ਦੇ ਯੋਗ ਪਾਣੀ ਕੋਈ ਨਹੀਂ, ਜੇਕਰ ਅਸੀਂ ਪਾਣੀ ਕੋਈ ਪੀਣਾ ਹੋਵੇ ਤੇ ਅਸੀਂ ਵੀ ਦੂਰੋਂ ਲੈ ਕਰਕੇ ਆਉਨੇ ਆ ਮਹਾਰਾਜ, ਇਹ ਪਾਣੀ ਬਿਲਕੁਲ ਖਾਰਾ, ਪੀਣ ਦੇ ਯੋਗ ਨਹੀਂ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਗੋਂਦਾ, ਜਦੋਂ ਗੁਰੂ ਕਹੇ ਤੇ ਹੁਕਮ ਨੂੰ ਮੰਨੀਦਾ ਹੈ। ਭਾਈ ਗੋਂਦਾ ਉਸ ਖੂਹ ਦੇ ਉੱਤੇ ਗਿਆ, ਜਲ ਭਰ ਕੇ ਲੈ ਕੇ ਆਇਆ। ਸਤਿਗੁਰ ਮਹਾਰਾਜ ਨੇ ਜਲ ਨੂੰ ਹੱਥਾਂ ਵਿੱਚ ਲੈ ਕਰਕੇ ਚੂਲਾ ਕੀਤਾ। ਚੂਲਾ ਕਰਨ ਤੋਂ ਬਾਅਦ ਸਤਿਗੁਰ ਮਹਾਰਾਜ ਨੇ ਥੋੜਾ ਜਿਹਾ ਜਲ ਛਕਿਆ ਤੇ ਸਤਿਗੁਰ ਮਹਾਰਾਜ ਕਹਿੰਦੇ ਨੇ, ਇਸ ਖੂਹ ਦਾ ਜਲ ਤਾਂ ਬਹੁਤ ਮਿੱਠਾ ਹੈ, ਇਸ ਖੂਹ ਦਾ ਜਲ ਤੇ ਬੜਾ ਸ਼ੀਤਲ ਹੈ। ਜਦੋਂ ਨਗਰ ਨੇ ਉਸ ਜਲ ਨੂੰ ਛਕਿਆ, ਤ੍ਰਿਪਤ ਹੋਏ, ਸਤਿਗੁਰ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ ਤੇ ਸਤਿਗੁਰ ਮਹਾਰਾਜ ਤੁਹਾਡਾ ਸ਼ੁਕਰ ਹੈ, ਅਸੀਂ ਤਾਂ ਬੜੀ ਦੂਰੋਂ ਜਾ ਕੇ ਜਲ ਦਾ ਪ੍ਰਬੰਧ ਕਰਦੇ ਸੀ ਕਿ ਆਪ ਜੀ ਦੀ ਕਿਰਪਾ ਦੇ ਨਾਲ ਇਸ ਖਾਰੇ ਖੂਹਾਂ ਦਾ ਜਲ ਵੀ ਜਿਹੜਾ ਹੈ ਮਿੱਠਾ ਹੋਇਆ। ਸਤਿਗੁਰ ਮਹਾਰਾਜ ਜੀ ਨੇ ਇੱਥੇ ਹੀ ਇਸੇ ਜਗ੍ਹਾ ਦੇ ਅੰਦਰ, ਮੂਲੋਵਾਲ ਦੇ ਅੰਦਰ, ਭਾਈ ਨਾਨੂ ਜਿਹੜੇ ਸਨ ਬਹੁਤ ਗਰੀਬ ਤੇ ਕਿਰਤੀ ਸਿੱਖ ਸਨ। ਸਤਿਗੁਰ ਮਹਾਰਾਜ ਜੀ ਨੇ ਉਹਨਾਂ ਦੀ ਭਾਵਨਾ ਦੇਖੀ, ਕਿਉਂਕਿ ਹਿਰਦਾ ਜਿਹੜਾ ਸੀ ਨਾ, ਬਾਣੀ ਸਤਿਗੁਰ ਮਹਾਰਾਜ ਜੀ ਦੀ ਕਿਰਪਾ ਕਰਦੀ ਹੈ, ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਮਹਾਰਾਜ ਕਹਿੰਦੇ ਨੇ ਕਿ ਬਾਹਰਲੇ ਕੱਪੜਿਆਂ ਨੂੰ ਦੇਖ ਕੇ ਅੰਦਾਜ਼ਾ ਨਾ ਲਾਓ ਕਿ ਕਿਸੇ ਦਾ ਅੰਦਰ ਕਿਵੇਂ ਦਾ ਹੈ। ਅਸੀਂ ਸੰਸਾਰੀ ਲੋਕ ਇਵੇਂ ਹੀ ਕਰਦੇ ਹਾਂ ਕਿ ਜਦੋਂ ਕੋਈ ਬਾਹਰ ਕਿਸੇ ਦੇ ਕੱਪੜਿਆਂ ਨੂੰ ਦੇਖ ਕੇ ਅਸੀਂ ਸੋਚਦੇ ਹਾਂ ਕਿ ਇਹ ਕੋਈ ਚੰਗਾ ਇਨਸਾਨ ਹੈ ਜਾਂ ਮਾੜਾ, ਪਰ ਮਹਾਰਾਜ ਕਹਿੰਦੇ ਨੇ ਅਸਲ ਦੇ ਵਿੱਚ ਜਿੰਦਾ ਹਿਰਦਾ ਨਾਮ ਦੇ ਵਿੱਚ ਵਿਝਿਆ ਹੋਇਆ ਹੈ, ਉਹ ਹਿਰਦਾ ਜਿਹੜਾ ਹੈ ਨਾਮ ਰੂਪੀ ਉਹਨੂੰ ਪੱਟ ਮਿਲਿਆ, ਰੇਸ਼ਮ ਮਿਲਿਆ, ਤੇ ਉਹਦੇ ਬਾਹਰ ਭਾਵੇਂ ਪਾਟੇ ਕੱਪੜੇ ਕਿਉਂ ਨਾ ਹੋਣ, ਉਹਦੇ ਅੰਦਰ ਤੇ ਪ੍ਰਮਾਤਮਾ ਨੇ ਰੇਸ਼ਮ ਭਰ ਦਿੱਤਾ ਹੈ। ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ। ਸਤਿਗੁਰ ਮਹਾਰਾਜ ਪਾਤਸ਼ਾਹ ਭਾਈ ਨਾਨੂ ਨੂੰ ਫਿਰ ਇੱਥੇ ਮੰਜੀ ਦੀ ਦਾਤ ਬਖਸ਼ਿਸ਼ ਕੀਤੀ। ਮੰਜੀ ਤੋਂ ਭਾਵ ਕਿ ਸਤਿਗੁਰ ਮਹਾਰਾਜ ਨੇ ਇੱਥੋਂ ਦਾ, ਇਸ ਇਲਾਕੇ ਦਾ ਪ੍ਰਚਾਰਕ ਥਾਪਿਆ। ਸੇਵਾ ਸਤਿਗੁਰ ਮਹਾਰਾਜ ਜੀ ਨੇ ਪ੍ਰਚਾਰ ਦੀ ਜਿਹੜੀ ਸੀ, ਭਾਈ ਨਾਨੂ ਜੀ ਨੂੰ ਸਤਿਗੁਰ ਮਹਾਰਾਜ ਬਖਸ਼ਿਸ਼ ਕਰਦੇ ਆ। ਇਸ ਤੋਂ ਅੱਗੇ ਸਤਿਗੁਰ ਮਹਾਰਾਜ ਜਾਂਦੇ ਨੇ ਪਿੰਡ ਸ਼ੇਖਾ ਪੈਂਦਾ ਹੈ। ਸ਼ੇਖਾ ਦੇ ਅੰਦਰ ਇੱਕ ਚੌਧਰੀ ਹੈ ਜਿਹੜਾ ਬੜਾ ਹੰਕਾਰ ਕਰਦਾ ਸੀ, ਜਿਹੜਾ ਬੜਾ ਹੰਕਾਰ ਦੇ ਵਿੱਚ ਤੁਰਿਆ ਫਿਰਦਾ। ਜਿੱਥੇ ਸਤਿਗੁਰ ਮਹਾਰਾਜ ਜੀ ਨੇ ਪੜਾਅ ਕੀਤਾ, ਸਤਿਗੁਰ ਮਹਾਰਾਜ ਜੀ ਜਿਸ ਜਗ੍ਹਾ ਦੇ ਉੱਤੇ ਟਿਕੇ, ਇਹ ਉੱਥੋਂ ਦੀ ਬਾਰ-ਬਾਰ ਲੰਘਿਆ ਤੇ ਜਦੋਂ ਲੰਘਦਾ ਹੈ ਤੇ ਬੜੀਆਂ ਕੋਝੀਆਂ ਜੀਆਂ ਗੱਲਾਂ ਕਰਕੇ ਲੰਘਿਆ। ਤੇ ਸਤਿਗੁਰ ਮਹਾਰਾਜ ਜੀ ਨੇ ਮੁਖ ਤੋਂ ਬਚਨ ਉਚਾਰਨ ਕੀਤੇ ਕਿ ਧਨ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ। ਤੇ ਜਦੋਂ ਸਤਿਗੁਰ ਮਹਾਰਾਜ ਜੀ ਦੇ ਬਚਨ ਇਹਦੇ ਕੰਨਾਂ ਦੇ ਵਿੱਚ ਪਏ ਤੇ ਸਤਿਗੁਰ ਮਹਾਰਾਜ ਜੀ ਦੇ ਬਚਨ ਸੁਣਦਿਆਂ ਸਾਰ ਹੀ ਇਹ ਚਰਨਾਂ ਦੇ ਵਿੱਚ ਆ ਕੇ ਡਿੱਗਿਆ। ਇਤਿਹਾਸਕਾਰ ਕਹਿੰਦੇ ਨੇ ਕਿ ਸਤਿਗੁਰ ਮਹਾਰਾਜ ਜੀ ਨੇ ਹੰਕਾਰ, ਇਹਨਾਂ ਦੇ ਨਗਰ ਦੇ ਹੰਕਾਰ ਨੂੰ ਦੇਖ ਕੇ ਆਖਿਆ ਸੀ। ਮਹਾਰਾਜ ਕਹਿੰਦੇ ਨੇ ਭਾਵੇਂ ਤੁਸੀਂ ਚਰਨਾਂ ਦੇ ਵਿੱਚ ਆ ਕੇ ਡਿੱਗੇ ਜ਼ਰੂਰ ਹੋ, ਪਰ ਇੱਕ ਗੱਲ ਹੈ ਕਿ ਤੁਸੀਂ ਉਜੜੋਗੇ ਜ਼ਰੂਰ, ਤੇ ਉਜੜਨ ਤੋਂ ਬਾਅਦ ਵਿੱਚ ਇਹ ਸਰਦਾਰੀ ਜਿਹੜੀ ਹੈ ਤੁਹਾਨੂੰ ਪ੍ਰਾਪਤ ਹੋਏਗੀ। ਸਰਦਾਰੀਆਂ ਤੁਹਾਡੀਆਂ ਸਦਾ ਕਾਇਮ ਰਹਿਣਗੀਆਂ। ਇਸੇ ਹੀ ਪਰਿਵਾਰ ਦੇ ਵਿੱਚੋਂ ਅੱਗੇ ਜਾ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਵੇਲੇ 30 ਮਾਰਚ 1699 ਦੀ ਵਿਸਾਖੀ ਨੂੰ ਅੰਮ੍ਰਿਤ ਸੰਚਾਰ ਕੀਤਾ ਤੇ ਉਹਨਾਂ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜਿਹੜੇ ਸਨ ਉਹ ਇਹਨਾਂ ਪਰਿਵਾਰਾਂ ਦੇ ਵਿੱਚੋਂ ਸਨ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੇਖੇ ਦੇ ਵਿੱਚ ਆਖਦੇ ਨੇ ਕਿ ਉਜੜੋਗੇ ਜ਼ਰੂਰ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪਰ ਉਜੜਨ ਤੋਂ ਬਾਅਦ ਵਿੱਚ ਸਰਦਾਰੀਆਂ ਕਾਇਮ ਹੋਣਗੀਆਂ। ਇਹ ਪਰਿਵਾਰ ਜਿਹੜੇ ਸਨ, ਕਹਿੰਦੇ ਨੇ 23 ਪਿੰਡ ਜਿਹੜੇ ਸਨ ਇਹਨਾਂ ਦੇ, ਕਿਉਂਕਿ ਇਹ ਮਲੂਕੇ ਚੌਧਰੀ ਦੀ ਚੌਧਰ ਜਿਹੜੀ ਸੀ ਬਹੁਤ ਪਿੰਡਾਂ ਦੇ ਵਿੱਚ ਚੱਲਦੀ ਸੀ। ਇਹ ਫਿਰ 23 ਪਿੰਡ ਜਿਹੜੇ ਸਨ ਉਹ ਗਿਲਜੀਆਂ ਨੇ ਉਜਾੜੇ ਤੇ 23 ਪਿੰਡ ਉਜੜਨ ਤੋਂ ਬਾਅਦ ਵਿੱਚ ਇਹਨਾਂ ਦੇ 68 ਨਗਰ ਜਾ ਕੇ ਅੱਗੇ ਇਹਨਾਂ ਨੇ ਵਸਾ ਕੇ ਤੇ ਉੱਥੋਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲਿਆ। ਦਿੱਲੀ ਦੇ ਵਿੱਚ ਤੇ ਹੋਰ ਕਈ ਇਲਾਕਿਆਂ ਦੇ ਵਿੱਚ ਜਿਹੜੇ ਸਨ ਇਹ ਸਿੱਖ ਜਿਹੜੇ ਇੱਥੋਂ ਜਾ ਕੇ ਗਏ।
ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਦੋਂ ਇਸ ਹੁਕਮ ਨੂੰ ਸੁਣਿਆ, ਮਹਾਰਾਜ ਇਸ ਨਗਰ ਤੋਂ ਚੱਲ ਪਏ ਨੇ ਤੇ ਮਲੂਕੇ ਦੀ ਭੈਣ ਜਿਹੜੀ ਸੀ ਉਹਨੂੰ ਮਹਿਸੂਸ ਹੋਇਆ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਰੱਬੀ ਜੋਤ ਨੇ ਤੇ ਮੇਰੇ ਵੱਡੇ ਭਰਾ ਨੇ ਜਿਹੜਾ ਹੈ ਇਹਨਾਂ ਦੀ ਨਰਾਦਰੀ ਕਰ ਦਿੱਤੀ ਹੈ। ਮਲੂਕੇ ਦੀ ਭੈਣ ਨੇ ਗਰਮ ਦੁੱਧ ਦੀ ਜਿਹੜੀ ਤੌੜੀ ਸੀ ਆਪਣੇ ਸਿਰ ਦੇ ਉੱਪਰ ਰੱਖੀ। ਇਹ ਗਰਮ ਦੁੱਧ ਦੀ ਤੌੜੀ ਆਪਣੇ ਸਿਰ ਦੇ ਉੱਤੇ ਰੱਖਣ ਤੋਂ ਬਾਅਦ ਵਿੱਚ ਮਗਰ ਮਗਰ ਸਤਿਗੁਰ ਮਹਾਰਾਜ ਜੀ ਦੇ ਗਈ ਤੇ ਜਦੋਂ ਸਤਿਗੁਰ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ, ਮਹਾਰਾਜ ਨੇ ਤੌੜੀ ਸਿਰ ਤੋਂ ਉਤਰਵਾਈ ਤੇ ਇਤਿਹਾਸਕਾਰ ਲਿਖਦੇ ਨੇ ਕਿ ਉਸ ਤੌੜੀ ਦੇ ਕਰਕੇ, ਉਹਦੀ ਗਰਮੈਸ਼ ਦੇ ਕਰਕੇ ਉਹਦੇ ਸੀਸ ਨੂੰ ਵੀ ਜਿਹੜਾ ਸੀ ਉਹ ਸੇਕ ਲੱਗ ਚੁੱਕਿਆ ਸੀ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੂੰ ਉਹਨੇ ਬੇਨਤੀ ਕੀਤੀ ਮਲੂਕੇ ਦੀ ਭੈਣ ਨੇ ਕਿ ਮਹਾਰਾਜ ਕਿਰਪਾ ਕਰੋ, ਸਤਿਗੁਰ ਮਹਾਰਾਜ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ। ਤੇ ਸਤਿਗੁਰ ਮਹਾਰਾਜ ਨੇ ਕਿਹਾ ਸੀ ਨਹੀਂ, ਹੁਣ ਤਾਂ ਇੱਥੇ ਰਹੋਗੇ ਤੇ ਪੌਣੇ, ਜੇ ਇੱਥੋਂ ਜਾਓਗੇ ਇੱਥੇ ਪੌਣੇ, ਬਾਹਰ ਚੌਣੇ। ਸਤਿਗੁਰ ਮਹਾਰਾਜ ਕਹਿੰਦੇ ਨੇ ਬਾਹਰ ਜਾਂਦਿਆਂ ਚੌਣ ਸਵਾਏ ਹੋਵੋਗੇ। ਤੁਹਾਡੇ ਪਰਿਵਾਰਾਂ ਦੇ ਵਿੱਚ, ਤੁਹਾਡੀ ਤਾਕਤ 'ਚ, ਤੁਹਾਡੇ ਧਨ ਸੰਪਦਾ ਦੇ ਵਿੱਚ ਸਤਿਗੁਰ ਮਹਾਰਾਜ ਕਹਿੰਦੇ ਨੇ ਕਿ ਇੱਥੇ ਵਾਧਾ ਹੋਵੇਗਾ। ਇੱਥੇ ਸਤਿਗੁਰ ਮਹਾਰਾਜ ਭਾਈ ਮੁਕੰਦਾ ਸਤਿਗੁਰ ਮਹਾਰਾਜ ਜੀ ਨੂੰ ਆਪਣੇ ਘਰ ਲੈ ਕੇ ਗਿਆ। ਗਰੀਬ ਸਿੱਖ ਸੀ, ਸਤਿਗੁਰ ਮਹਾਰਾਜ ਵਾਸਤੇ ਇਹਨੇ ਆਪਣੇ ਘਰ ਦੇ ਵਿੱਚ ਨਾ ਉਸੇ ਵੇਲੇ ਆਸਨ ਤਿਆਰ, ਥੜਾ ਤਿਆਰ ਕੀਤਾ, ਸਿੰਘਾਸਨ ਬਣਾਇਆ ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਸ ਆਸਨ ਤੇ ਬੈਠੇ। ਭਾਈ ਮੁਕੰਦੇ ਦੇ ਘਰ ਦੇ ਅੰਦਰ ਹੀ ਸਤਿਗੁਰ ਮਹਾਰਾਜ ਜੀ ਨੇ ਇੱਕ ਰਾਤ ਫਿਰ ਇੱਥੇ ਗੁਜ਼ਾਰੀ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜਿੱਥੇ ਸਤਿਗੁਰ ਮਹਾਰਾਜ ਜੀ ਨੇ ਚਰਨ ਪਾਏ, ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉੱਥੇ ਅੱਜ ਅਸਥਾਨ ਵੱਡਾ ਗੁਰਦੁਆਰਾ ਜਿਹੜਾ ਹੈ ਉਹ ਸੁਭਾਏਮਾਨ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਇੱਥੋਂ ਫਿਰ ਸਤਿਗੁਰ ਮਹਾਰਾਜ ਜਿਹੜਾ ਸੀ ਉਹ ਅੱਗੇ ਜਾਂਦੇ ਨੇ। ਕਟੂਥ ਪਿੰਡ ਹੈ, ਕੱਟੂ ਕਰਕੇ ਵੀ ਇਹਨੂੰ ਪਿੰਡ ਨੂੰ ਆਖਦੇ ਆ। ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਥੇ ਫਿਰ ਜੰਗਲ ਦੇ ਵਿੱਚ ਜਿਹੜਾ ਸੀ ਪੜਾਅ ਕੀਤਾ, ਪਿੰਡ ਦੇ ਵਿੱਚ ਨਹੀਂ ਗਏ। ਪਿੰਡ ਵਾਲਿਆਂ ਨੂੰ ਪਤਾ ਲੱਗਿਆ ਕਿਉਂਕਿ ਜਿਸ ਅਸਥਾਨ ਤੇ ਸਤਿਗੁਰ ਮਹਾਰਾਜ ਬੈਠੇ ਇੱਥੇ ਕਟੂਥ ਨਗਰ ਵਸਾਇਆ ਗਿਆ। ਪਿੰਡ ਦਾ ਜ਼ਿਮੀਂਦਾਰ ਸੀ ਧਿਆਨਾ। ਇਸ ਧਿਆਨੇ ਨੇ ਆ ਕੇ ਸਤਿਗੁਰ ਮਹਾਰਾਜ ਜੀ ਨੂੰ ਬੇਨਤੀ ਕੀਤੀ। ਇਹਨੂੰ ਬਾਅਦ ਵਿੱਚ ਸਾਈਂ ਧਿਆਨਾ ਜੀ ਕਰਕੇ ਇਹ ਪ੍ਰਸਿੱਧ ਹੋਏ। ਇਹ ਸਾਈਂ ਧਿਆਨੇ ਨੇ ਆ ਕੇ ਸਤਿਗੁਰ ਮਹਾਰਾਜ ਜੀ ਨੂੰ ਨਗਰ ਦੇ ਵਿੱਚ ਚਰਨ ਪਾਉਣ ਵਾਸਤੇ ਬੇਨਤੀ ਕੀਤੀ। ਸਤਿਗੁਰ ਮਹਾਰਾਜ ਨਗਰ 'ਚ ਗਏ। ਸਾਰਾ ਨਗਰ ਜਿਹੜਾ ਸੀ, ਸਾਰਾ ਪਿੰਡ ਜਿਹੜਾ ਸੀ ਉਹ ਇਕੱਠਾ ਹੋ ਕੇ ਆਇਆ। ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕੀਤੇ। ਧਿਆਨੇ ਨੇ ਸਤਿਗੁਰ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਦੱਸੋ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਕਿਵੇਂ ਅਸੀਂ ਕਰੀਏ? ਅਸੀਂ ਘਰ ਛੱਡ ਕੇ ਜਾਈਏ, ਤਪ ਕਰੀਏ, ਕੀ ਕਰੀਏ ਸਤਿਗੁਰ ਮਹਾਰਾਜ ਕਿ ਰੱਬ ਦੀ ਪ੍ਰਾਪਤੀ ਹੋ ਸਕੇ? ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਕਿਹਾ, ਉੱਥੇ ਸ਼ਬਦ ਉਚਾਰਨ ਕੀਤਾ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਤਿਗੁਰ ਮਹਾਰਾਜ ਜੀ ਨੇ ਪਾਵਨ ਬਚਨ ਕਹੇ ਕਿ ਕਾਹਦੇ ਵਾਸਤੇ ਤੁਸੀਂ ਘਰ ਨੂੰ ਛੱਡਣ ਕੇ ਜੰਗਲਾਂ ਬਨਾਂ ਬੇਲਿਆਂ ਦੇ ਵਿੱਚ ਜਾਓਗੇ? ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਪਰਮਾਤਮਾ ਜਿਹੜਾ ਹੈ ਨਾ ਉਹ ਸਦਾ ਹਰ ਥਾਂ ਤੇ ਮੌਜੂਦ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਹਸਤੀ ਕੀਟੀ ਤਿਰਲੋ ਆਦੰ, ਏਕ ਅਖੰਡਸ ਬਸੇ ਅਨਾਦੰ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਪੋਹ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੱਬ ਤਾਂ ਇਵੇਂ ਸਮਾਇਆ ਹੋਇਆ ਹੈ ਜਿਵੇਂ ਫੁੱਲ ਦੇ ਵਿੱਚ ਸੁਗੰਧੀ ਵਸਦੀ ਪਈ ਹੈ, ਜਿਵੇਂ ਦਰਪਣ ਦੇ ਵਿੱਚ ਪਰਛਾਈ ਸਾਨੂੰ ਆਪਣਾ ਚਿਹਰਾ ਦਿਖਾਈ ਦਿੰਦਾ ਹੈ ਦਰਪਣ ਦੇ ਅੰਦਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਪੋਹਪ ਮਦ ਜਿਉ ਬਾਸ ਬਸਤ ਹੈ, ਮੂਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਲੱਭਣਾ ਹੈ ਰੱਬ ਨੂੰ, ਪਰਮਾਤਮਾ ਨਾਲ ਮਿਲਣਾ ਹੈ, ਤੇ ਮਹਾਰਾਜ ਨੇ ਉੱਥੇ ਕਿਰਪਾ ਕੀਤੀ। ਕਹਿਣ ਲੱਗੇ ਕਿ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ ਜ਼ਰੂਰ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨੂੰ ਬਾਹਰ ਲੱਭਣ ਜਾਣ ਦੀ ਲੋੜ ਨਹੀਂ, ਉਹ ਤਾਂ ਹਿਰਦੇ ਦੇ ਵਿੱਚ ਬੈਠਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਕਿ ਇਹ ਬਾਣੀ ਜਦੋਂ ਅਸੀਂ ਪੜ੍ਹੀਏ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ 59 ਸ਼ਬਦ ਤੇ 57 ਸ਼ਲੋਕ ਨੇ,
ਤੇ ਜੇ ਅਸੀਂ ਰੋਜ਼ਾਨਾ ਹੀ ਰੂਟੀਨ ਦੇ ਵਿੱਚ ਨਿਤਾ ਪ੍ਰਤੀ ਪੜ੍ਹਨਾ ਸ਼ੁਰੂ ਕਰੀਏ, ਤਕਰੀਬਨ ਅੱਧਾ ਘੰਟਾ ਲੱਗੇਗਾ, ਤੇ ਇਸ ਬਾਣੀ ਨੂੰ ਅਸੀਂ ਰੋਜ਼ ਪੜ੍ਹਾਂਗੇ ਤੇ ਸਾਡੇ ਹਿਰਦੇ ਦੇ ਅੰਦਰ ਟਿਕਾ ਪੈਦਾ ਹੋਏਗਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਵਿਰਾਗ, ਅਨੁਰਾਗ, ਪ੍ਰੇਮ ਦੀ ਗੱਲ ਕਰਦੀ ਹੈ, ਤਿਆਗ ਦੀ ਗੱਲ ਕਰਦੀ ਹੈ। ਤੇ ਸਤਿਗੁਰੂ ਕਿਰਪਾ ਕਰੇ ਜੀ, ਬੋਲਦਿਆਂ ਹੋਈਆਂ ਪੁੱਲਾਂ ਦੀ ਖਿਮਾ, ਅਰਦਾਸ ਕਰੋ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰਨੋ ਨਿਤ ਆਵੇ